ਹੈਲੋ एवरीवन ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ BA ਸਮੈਸਟਰ 5 ਹਿਸਟਰੀ ਆਫ ਦਾ ਵਰਲਡ ਦੇ ਵਿੱਚ ਆਪਾਂ ਅੱਜ ਦਾ ਟੌਪਿਕ ਕਰਾਂਗੇ ਚੀਨੀ ਕ੍ਰਾਂਤੀ ਤੋਂ ਬਾਅਦ ਦੇ ਵਿੱਚ ਕਮਾਲ ਪਾਸ਼ਾ ਅਧੀਨ ਤੁਰਕੀ ਦਾ ਆਧੁਨਿਕੀਕਰਨ। ਇਸ ਤੋਂ ਪਹਿਲਾਂ ਚੀਨੀ ਕ੍ਰਾਂਤੀ ਮੈਂ ਪਾ ਚੁੱਕੀ ਹਾਂ, ਕਾਰਨ ਉਸਦੇ ਕੀ ਨਿਕਲੇ ਸੀ ਅਤੇ ਪ੍ਰਭਾਵ ਕੀ ਪਏ ਸੀ। ਠੀਕ ਹੈ, ਸੋ ਕਮਾਲ ਪਾਸ਼ਾ ਜਿਹੜਾ ਸੀ ਉਸਦੇ ਅੰਡਰ ਤੁਰਕੀ ਦਾ ਆਧੁਨਿਕੀਕਰਨ ਕਿੱਦਾਂ ਕੀਤਾ ਗਿਆ, ਸੋ ਇਹ ਇੰਪੋਰਟੈਂਟ ਕੁਐਸਚਨ ਹੈ। ਮੁਸਤਫਾ ਕਮਾਲ ਪਾਸ਼ਾ ਦੀ ਅਗਵਾਈ ਵਿੱਚ ਤੁਰਕੀ ਨੇ ਕੇਵਲ ਆਜ਼ਾਦੀ ਨਹੀਂ ਪ੍ਰਾਪਤ ਕੀਤੀ, ਸੋ ਆਧੁਨਿਕੀਕਰਨ ਵੀ ਤੁਰਕੀ ਦਾ ਕੀਤਾ। ਉਸਨੂੰ ਤੁਰਕੀ ਦਾ ਪਿਤਾ ਕਿਹਾ ਜਾਂਦਾ ਹੈ। ਬਚਪਨ ਵਿੱਚ ਉਹਦੇ ਪਿਤਾ ਦੀ ਡੈਥ ਹੋ ਗਈ ਤਾਂ ਉਸਦੀ ਪੜ੍ਹਾਈ ਦਾ ਪਾਲਣ ਪੋਸ਼ਣ ਦਾ ਭਾਰ ਉਸਦੀ ਮਾਂ ਦੇ ਮੋਢਿਆਂ ਤੇ ਪੈ ਗਿਆ। ਤਾਂ 1899 ਦੇ ਵਿੱਚ ਕਮਾਲ ਪਾਸ਼ਾ ਕੁਸਤੁਨਤੁਨੀਆ ਦੇ ਸੈਨਿਕ ਸਕੂਲ 'ਚ ਭਰਤੀ ਹੋਇਆ ਅਤੇ ਉੱਥੋਂ ਇੱਕ ਅਫਸਰ ਬਣ ਕੇ ਨਿਕਲਿਆ। 1905 ਦੇ ਵਿੱਚ ਕਾਫੀ ਸਾਰੇ ਸੈਨਿਕ ਮੋਰਚਿਆਂ ਤੇ ਉਸਨੇ ਜਿੱਤ ਪ੍ਰਾਪਤ ਕੀਤੀ ਪਹਿਲੇ ਵਰਲਡ ਵਾਰ ਦੇ ਵਿੱਚ, ਅਤੇ ਉਹ ਆਪਣੇ ਦੇਸ਼ ਦੇ ਵਿੱਚ ਬਹੁਤ ਪ੍ਰਸਿੱਧ ਹੋ ਗਿਆ। ਅਤੇ ਸਟਾਰਟਿੰਗ ਤੋਂ ਹੀ ਕਮਾਲ ਪਾਸ਼ਾ ਇੱਕ ਰਾਸ਼ਟਰੀਵਾਦੀ ਵਿਚਾਰਾਂ ਦਾ ਵਿਅਕਤੀ ਸੀ। ਸੋ ਇਸ ਕਰਕੇ 1919 ਵਿੱਚ ਉਸਨੇ ਮੌਕਾ ਮਿਲਦੇ ਹੀ ਰਾਸ਼ਟਰੀ ਅੰਦੋਲਨ ਦੀ ਅਗਵਾਈ ਸੰਭਾਲੀ। ਉਸਦੇ ਯਤਨਾਂ ਦੇ ਕਰਕੇ ਹੀ ਜਿਹੜਾ ਸੀ 24 ਜੁਲਾਈ 1923 ਨੂੰ ਤੁਰਕੀ ਨੇ ਆਜ਼ਾਦੀ ਪ੍ਰਾਪਤ ਕੀਤੀ। ਸੋ 29 ਅਕਤੂਬਰ 1923 ਨੂੰ ਤੁਰਕੀ ਨੂੰ ਗਣਰਾਜ ਘੋਸ਼ਿਤ ਕਰ ਦਿੱਤਾ ਗਿਆ ਤੇ ਕਮਾਲ ਪਾਸ਼ਾ ਉਸਦਾ ਪ੍ਰਧਾਨ ਚੁਣਿਆ ਗਿਆ ਤੇ ਇਸ ਅਹੁਦੇ ਤੇ ਉਹ 1938 ਤੱਕ ਰਿਹਾ। 1923 ਤੋਂ 1938 ਤੱਕ ਜਿਹੜਾ ਹੈ ਤੁਰਕੀ ਦਾ ਅਹੁਦੇਦਾਰ ਉਹ ਬਣ ਕੇ ਰਿਹਾ। ਠੀਕ ਹੈ, ਸੋ ਤੁਰਕੀ ਵਿੱਚ ਅੰਦਰੂਨੀ ਸੁਧਾਰ। ਹੁਣ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਤੁਰਕੀ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ, ਤਾਂ ਕਮਾਲ ਪਾਸ਼ਾ ਨੇ ਤੁਰਕੀ ਨੂੰ ਇੱਕ ਨਵਾਂ ਰੂਪ ਦੇਣ ਲਈ 6 ਸਿਧਾਂਤ ਜਿਹੜੇ ਸੀਗੇ ਉਹ ਪੇਸ਼ ਕੀਤੇ। ਫਸਟ ਆਫ ਆਲ ਤਾਂ ਗਣਤੰਤਰਵਾਦ, ਮਤਲਬ ਤੁਰਕੀ ਦੇ ਵਿੱਚ ਗਣਤੰਤਰ ਚੱਲੇਗਾ, ਲੋਕਾਂ ਦਾ ਤੰਤਰ ਚੱਲੇਗਾ, ਲੋਕਾਂ ਦੀ ਸਰਕਾਰ ਚੱਲੇਗੀ। ਰਾਸ਼ਟਰਵਾਦ, ਠੀਕ ਹੈ, ਨੈਸ਼ਨਲਿਜ਼ਮ ਨੂੰ ਫੋਲੋ ਕੀਤਾ ਜਾਏਗਾ, ਮਤਲਬ ਆਪਣੇ ਦੇਸ਼ ਨੂੰ ਪਿਆਰ ਕਰੋ, ਠੀਕ ਹੈ, ਅਤੇ ਕੁਰਬਾਨੀ ਦਿਓ ਜਦੋਂ ਵੀ ਤੁਹਾਡੇ ਤੋਂ ਦੇਸ਼ ਕੁਰਬਾਨੀ ਮੰਗੇ। ਸਮਾਨਤਾਵਾਦ, ਇਕੁਐਲਿਟੀ, ਠੀਕ ਹੈ, ਕਿ ਇਕੁਐਲਿਟੀ ਸਾਰਿਆਂ ਨੂੰ ਇਕੁਐਲਿਟੀ ਦਿੱਤੀ ਜਾਏਗੀ। ਇਲਾਸਟਿਸਿਜ਼ਮ ਤੇ ਨਿਯੰਤਰਿਤ ਅਰਥਵਾਦ ਹੋਏਗਾ। ਧਰਮ ਨਿਰਪੱਖਵਾਦ ਹੋਏਗਾ, ਸੈਕੂਲਰਿਜ਼ਮ, ਠੀਕ ਹੈ, ਕਿਸੇ ਵੀ ਧਰਮ ਨੂੰ ਨਹੀਂ ਮੰਨਿਆ ਜਾਏਗਾ, ਰਾਜ ਦਾ ਕੋਈ ਧਰਮ ਨਹੀਂ ਹੋਏਗਾ, ਸਾਰੇ ਧਰਮਾਂ ਦਾ ਆਦਰ ਕੀਤਾ ਜਾਏਗਾ। ਠੀਕ ਹੈ, ਸੋ ਧਰਮ ਨਿਰਪੱਖਤਾ ਜਿਹੜੀ ਹੈ ਫੋਲੋ ਕੀਤੀ ਜਾਏਗੀ। ਕ੍ਰਾਂਤੀਵਾਦ ਮਤਲਬ ਰੈਵੋਲਿਊਸ਼ਨ ਨੂੰ ਫੋਲੋ ਕੀਤਾ ਜਾਏਗਾ। ਸੋ ਇਸ ਨੇ ਜਿਹੜੇ ਸਿਧਾਂਤ ਦਿੱਤੇ ਸੀ 1 ਬਾਈ 1 ਆਪਾਂ ਸਮਝਦੇ ਹਾਂ। ਤਾਂ ਇਹਦੇ ਦੇ ਛੋਟੇ ਕੁਐਸਚਨ ਆ ਸਕਦੇ ਆ। ਕਮਾਲ ਪਾਸ਼ਾ ਦਾ ਰਾਜਨੀਤਿਕ ਸੁਧਾਰ, ਠੀਕ ਹੈ, ਸੋ ਐਦਾਂ ਆਪਾਂ ਇਹਨਾਂ ਨੂੰ ਕੁਐਸਚਨਾਂ ਨੂੰ ਕਰਾਂਗੇ। ਤਾਂ ਫਸਟ ਆਫ ਆਲ ਰਾਜਨੀਤਿਕ ਸੁਧਾਰ ਕਿਹੜੇ ਕੀਤੇ? ਮਹਾਨ ਰਾਸ਼ਟਰੀ ਸਭਾ ਨੇ 20 ਜਨਵਰੀ 1921 ਨੂੰ ਅਜਿਹਾ ਸੰਵਿਧਾਨ ਦੀ ਸਥਾਪਨਾ ਕੀਤੀ ਅਤੇ ਪ੍ਰਭੂ ਸੱਤਾ ਦੇਸ਼ ਦੇ ਹੱਥਾਂ 'ਚ ਸੌਂਪ ਦਿੱਤੀ। ਇਸ ਕਰਕੇ ਸੁਲਤਾਨ ਦੇ ਸ਼ਾਸਨ ਦਾ ਮੁੱਲ ਨਹੀਂ ਰਿਹਾ ਅਤੇ 29 ਅਕਤੂਬਰ 1923 ਨੂੰ ਤੁਰਕੀ ਨੂੰ ਇੱਕ ਗਣਤੰਤਰ ਘੋਸ਼ਿਤ ਕਰ ਦਿੱਤਾ ਗਿਆ। ਸੋ ਨਵਾਂ ਸੰਵਿਧਾਨ ਲਾਗੂ ਕੀਤਾ ਗਿਆ 20 ਅਪ੍ਰੈਲ 1924 ਨੂੰ ਤੁਰਕੀ ਦੇ ਵਿੱਚ, ਅਤੇ ਇਸ ਅਨੁਸਾਰ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਦੇ ਅਧਿਕਾਰ ਰਾਸ਼ਟਰੀ ਸਭਾ ਦੇ ਹੱਥ 'ਚ ਆ ਗਿਆ। ਮੰਤਰੀ ਮੰਡਲ ਉਸ ਪ੍ਰਤੀ ਉਤਰਦਾਈ ਸੀ ਅਤੇ ਰਾਸ਼ਟਰੀ ਪਦ ਦੀ ਵਿਵਸਥਾ ਵੀ ਜਿਹੜੀ ਸੀ ਸੰਵਿਧਾਨ 'ਚ ਕੀਤੀ ਗਈ ਸੀ। ਨਿਆਂਪਾਲਿਕਾ ਨੂੰ ਸੁਤੰਤਰ ਰੱਖਿਆ ਗਿਆ ਸੀ। ਤਾਂ ਇਸ ਦੀ ਮਿਆਦ ਜਿਹੜੀ ਸੀ ਰਾਸ਼ਟਰੀ ਸਭਾ ਦੀ 4 ਸਾਲ ਸੀ। ਰਾਸ਼ਟਰੀ ਸਭਾ ਦਾ ਮੈਂਬਰ ਬਣਨ ਲਈ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਸੀ। ਸਿੱਖਿਆ ਲਾਜ਼ਮੀ ਕਰ ਦਿੱਤੀ ਗਈ ਅਤੇ ਧਰਮ ਨਿਰਪੱਖ ਰਾਜਸੀ ਤੁਰਕੀ ਨੂੰ ਘੋਸ਼ਿਤ ਕਰ ਦਿੱਤਾ ਗਿਆ। ਅਤੇ 1926 ਦੇ ਵਿੱਚ ਤੁਰਕੀ ਨੂੰ 62 ਪ੍ਰਾਂਤਾਂ ਦੇ ਵਿੱਚ ਵੰਡਿਆ ਗਿਆ ਅਤੇ ਅੱਗੇ ਜਿਹੜੇ ਪ੍ਰਾਂਤ 62 ਪ੍ਰਾਂਤ ਸੀਗੇ ਤਾਂ ਉਹਨਾਂ ਨੂੰ ਅੱਗੇ 430 ਜ਼ਿਲ੍ਹਿਆਂ ਦੇ ਵਿੱਚ ਵੰਡਿਆ ਗਿਆ। ਪੁਰਾਣੀ ਜਿੰਨੀ ਵੀ ਨਿਆਂ ਵਿਵਸਥਾ ਚੱਲ ਰਹੀ ਸੀ, ਠੀਕ ਹੈ, ਉਹ ਖਤਮ ਕਰ ਦਿੱਤੀ ਗਈ ਅਤੇ ਤੁਰਕੀ ਦੇ ਵਿੱਚ ਸਵਿਟਜ਼ਰਲੈਂਡ ਦੇ ਵਾਂਗੂ ਦੀਵਾਨੀ ਕਾਨੂੰਨ, ਇਟਲੀ ਵਾਂਗੂ ਫੌਜਦਾਰੀ ਕਾਨੂੰਨ ਅਤੇ ਜਰਮਨ ਦੇ ਵਾਂਗੂ ਜਿਹੜਾ ਹੈ ਕੋਡ ਆਧਾਰਿਤ ਵਪਾਰਕ ਕਾਨੂੰਨ ਲਾਗੂ ਕੀਤੇ ਗਏ। ਤਾਂ ਕਮਾਲ ਪਾਸ਼ਾ ਨੇ ਪੱਛਮੀ ਲੋਕਤੰਤਰ ਦੇ ਸਿਧਾਂਤਾਂ ਨੂੰ ਅਪਣਾਇਆ ਆਪਣੇ ਦੇਸ਼ ਦੇ ਵਿੱਚ ਅਤੇ ਰਾਜਨੀਤਿਕ ਦਲਾਂ ਨੂੰ ਵੀ ਉਤਸ਼ਾਹਿਤ ਕੀਤਾ। ਮਤਲਬ ਤੁਰਕੀ ਦੇ ਵਿੱਚ ਕਈ ਪਾਰਟੀਆਂ ਜਿਹੜੀਆਂ ਨੇ ਕਾਇਮ ਕੀਤੀਆਂ ਗਈਆਂ, ਪਰ ਜਦੋਂ ਵਿਰੋਧੀ ਪਾਰਟੀਆਂ ਨੇ ਤੋੜ-ਫੋੜ ਦੀ ਨੀਤੀ ਅਪਣਾਈ ਤਾਂ ਇਹ ਪਾਰਟੀਆਂ ਜਿਹੜੀਆਂ ਸੀ ਇਸਨੇ ਤੋੜ ਦਿੱਤੀਆਂ। ਪਹਿਲਾਂ ਤਾਂ ਪਾਰਟੀਬਾਜ਼ੀ, ਠੀਕ ਹੈ, ਦਲ ਪ੍ਰਣਾਲੀਆਂ ਜਿਹੜੀਆਂ ਸੀ ਆਈਆਂ, ਬਟ ਜਦੋਂ ਦਲ ਪ੍ਰਣਾਲੀਆਂ ਆਪਣਾ ਤੋੜ-ਫੋੜ ਦੀ ਨੀਤੀ ਜਿਹੜੀ ਸੀ ਕਰਨ ਲੱਗ ਗਈ, ਠੀਕ ਹੈ, ਕਰਪਸ਼ਨ ਕਰਨ ਲੱਗ ਗਈ, ਤਾਂ ਕਮਾਲ ਪਾਸ਼ਾ ਨੇ ਇਹਨਾਂ ਨੂੰ ਖਤਮ ਕਰਤਾ। ਤਾਂ ਮਤਲਬ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਸੀਗੀ ਰਾਸ਼ਟਰੀ ਪਦ ਦੀ ਵਿਵਸਥਾ ਕੀਤੀ ਗਈ, ਰਾਸ਼ਟਰੀ ਸਭਾ ਜਿਹੜੀ ਸੀ ਬਣਾਈ ਗਈ ਤਾਂ ਕਿ ਜਿਹੜਾ ਹੈ ਨਿਆਂ ਵਧੀਆ ਚੱਲੇ, ਸੁਤੰਤਰਤਾ ਲੋਕ ਮੰਨਣ ਅਤੇ ਜਿਹੜਾ ਹੈ ਸੁਤੰਤਰਤਾ ਤੇ ਜ਼ੋਰ ਦਿੱਤਾ ਗਿਆ। ਸਿੱਖਿਆ ਨੂੰ ਵੀ ਜਿਹੜਾ ਸੀ ਲਾਜ਼ਮੀ ਕਰ ਦਿੱਤਾ ਗਿਆ। ਸੋ ਇਹ ਆਧਾਰ ਜਿਹੜੇ ਨੇ ਕੀਤੇ ਗਏ ਨੇ। ਆਰਥਿਕ ਸੁਧਾਰ, ਤਾਂ ਆਰਥਿਕ ਸੁਧਾਰ ਕਿਹੜੇ ਕੀਤੇ ਆਪਾਂ ਨੇ? ਰਾਜਨੀਤਿਕ ਸੁਧਾਰ। ਕੇ ਰਾਜਨੀਤੀ 'ਚ ਕਮਾਲ ਪਾਸ਼ਾ ਨੇ ਕਿਹੜੇ ਸੁਧਾਰ ਕੀਤੇ ਨੇ? ਹੁਣ ਕਰਾਂਗੇ ਆਰਥਿਕ ਸੁਧਾਰ। ਤਾਂ ਮਜ਼ਬੂਤ ਅਰਥ ਵਿਵਸਥਾ ਜਿਹੜੀ ਸੀ ਕਮਾਲ ਪਾਸ਼ਾ ਨੇ ਦਿੱਤੀ। ਆਰਥਿਕ ਹਾਲਤ ਸੁਧਾਰੀ। ਖੁਸ਼ਹਾਲੀ ਲਈ ਆਰਥਿਕ ਸੁਧਾਰਾਂ ਨੂੰ ਉਹ ਜ਼ਰੂਰੀ ਮੰਨਦਾ ਸੀ। ਉਸ ਦਾ ਮੰਨਣਾ ਸੀ ਕਿ ਸੈਨਿਕ ਅਗਰ ਜਿੱਤ ਕਰਨੀ ਹੈ ਤਾਂ ਮਜ਼ਬੂਤ ਆਰਥਿਕ ਵਿਵਸਥਾ ਹੋਣੀ ਚਾਹੀਦੀ ਹੈ, ਮਤਲਬ ਖਜ਼ਾਨਾ ਜਿਹੜਾ ਹੈ ਭਰਿਆ ਹੋਣਾ ਚਾਹੀਦਾ ਹੈ। ਠੀਕ ਹੈ, ਸੋ ਖੇਤੀਬਾੜੀ ਅਤੇ ਉਦਯੋਗਾਂ ਦਾ ਉਸਨੇ ਵਿਕਾਸ ਕੀਤਾ। ਆਵਾਜਾਈ ਦੇ ਸਾਧਨ ਨੂੰ ਉਸਨੇ ਉੱਨਤ ਕੀਤਾ, ਕਿਉਂਕਿ ਲੜਾਈਆਂ ਦੇ ਕਰਕੇ ਜਿਹੜੀ ਅਰਥ ਵਿਵਸਥਾ ਯਾਨੀ ਕਿ ਇਕਨੋਮਿਕ ਸਿਸਟਮ ਜਿਹੜਾ ਸੀਗਾ ਉਹ ਖਰਾਬ ਹੋ ਗਿਆ ਸੀ। ਕਿਉਂਕਿ ਦੇਖੋ ਓਬਵੀਅਸ ਹੈਗਾ ਕਿ ਕੋਈ ਅਗਰ ਦੇਸ਼ ਯੁੱਧ ਵਗੈਰਾ 'ਚ ਪਾਰਟੀਸਪੇਟ ਕਰੇਗਾ, ਲੜਾਈਆਂ ਦੇ ਵਿੱਚ ਜਾਏਗਾ, ਤਾਂ ਉੱਥੋਂ ਦਾ ਖਜ਼ਾਨਾ ਖਾਲੀ
ਲਈ ਹੋਵੇਗਾ। ਤਾਂ ਕਮਾਲ ਪਾਸ਼ਾ ਨੇ ਜਿਹੜਾ ਹੈ ਖੇਤੀ ਦੇ ਉੱਤੇ ਜ਼ੋਰ ਲਗਾਇਆ, ਉਦਯੋਗਿਕ ਵਿਕਾਸ ਤੇ ਜ਼ੋਰ ਦਿੱਤਾ। ਤਾਂ ਇਸਨੇ ਜਿਹੜਾ ਹੈ ਉਦਯੋਗਾਂ ਦੇ ਵਿਕਾਸ ਲਈ ਸਰਕਾਰ ਦੇ ਵੱਲੋਂ ਨਿਯੰਤਰਿਤ ਜਿਹੜਾ ਹੈ ਉਦਯੋਗ ਉਸਨੇ ਸਮਝਿਆ ਕਿ ਸਰਕਾਰ ਨੂੰ ਉਦਯੋਗਾਂ ਦੇ ਵਿੱਚ ਜਿਹੜਾ ਹੈ ਨਿਯੰਤਰਿਤ ਕਰਨਾ ਚਾਹੀਦਾ ਹੈਗਾ, ਕੰਟਰੋਲ ਕਰਨਾ ਚਾਹੀਦਾ ਹੈ, ਅਤੇ ਇਸ ਨੂੰ ਨਿਯੰਤਰਿਤ ਯਾਨੀ ਕਿ ਕੰਟਰੋਲ ਇਕਨੋਮੀ ਵੀ ਕਿਹਾ ਜਾਂਦਾ ਹੈ। ਤਾਂ ਉਸਨੇ ਉਦਯੋਗਾਂ ਨੂੰ ਉਤਸ਼ਾਹ ਦੇਣ ਲਈ ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਮਾਲ ਦੇ ਉੱਤੇ ਦਰਾਂ ਵੀ ਵਧਾ ਦਿੱਤੀਆਂ। 5 ਸਾਲਾ ਯੋਜਨਾ ਵੀ ਬਣਾਈ 1933 ਦੇ ਵਿੱਚ, ਅਤੇ ਇਹਨਾਂ ਯੋਜਨਾਵਾਂ ਦਾ ਉਦੇਸ਼ ਕੀ ਸੀਗਾ, ਜਿੰਨੀਆਂ ਵੀ ਉਹ ਬਣਾ ਰਹੇ ਸੀ, ਕਿ ਤੁਰਕੀ ਨੂੰ ਉਦਯੋਗ 'ਚ ਲਗਾਉਣਾ। ਸ਼ਰਾਬ ਦੇ ਉੱਤੇ, ਤੰਬਾਕੂ ਦੇ ਉੱਤੇ, ਨਮਕ ਦੇ ਉੱਤੇ ਸਰਕਾਰ ਨੇ ਆਪਣਾ ਕੰਟਰੋਲ ਜਿਹੜਾ ਸੀਗਾ ਰੱਖਿਆ, ਤਾਂ ਕਿ ਅੱਛੀ ਇਕਨੋਮੀ ਜਿਹੜੀ ਹੈ ਡਿਵੈਲਪ ਹੋ ਸਕੇ। ਆਵਾਜਾਈ ਦੇ ਸਾਧਨ ਉન્નਤ ਕੀਤੇ, ਰੇਲਵੇ ਲਾਈਨਾਂ ਵਿਛਾਈਆਂ ਗਈਆਂ, ਰੇਲਵੇ ਲਾਈਨਾਂ ਵਿਦੇਸ਼ੀ ਕੰਪਨੀਆਂ ਤੋਂ ਵੀ ਖਰੀਦੀਆਂ ਗਈਆਂ, ਸੜਕਾਂ ਨਵੀਆਂ ਬਣਾਈਆਂ ਗਈਆਂ, ਅਤੇ ਪੁਰਾਣੀਆਂ ਸੜਕਾਂ ਜਿੰਨੀਆਂ ਵੀ ਟੁੱਟ ਭੱਜ ਚੁੱਕੀਆਂ ਸੀ ਉਹ ਮੁਰੰਮਤ ਕਰਾਈ। ਦੇਸ਼ ਲਈ ਯੋਜਨਾਵਾਂ ਬਣਾਈਆਂ, ਤੇ ਪਹਿਲਾਂ ਉਦਯੋਗਾਂ ਦੇ ਵਿਕਾਸ ਲਈ 5 ਸਾਲਾ ਯੋਜਨਾ ਬਣਾਈ, ਫਿਰ ਖੇਤੀ ਲਈ 4 ਸਾਲਾ, ਉਦਯੋਗ ਲਈ 5 ਸਾਲਾ ਯੋਜਨਾ, ਖੇਤੀ ਲਈ 4 ਸਾਲਾ ਯੋਜਨਾ, ਖਣਿਜ ਵਿਕਾਸ ਲਈ 3 ਸਾਲਾ ਯੋਜਨਾ, ਅਤੇ ਸੜਕ ਜਿਹੜੀਆਂ ਸੀ ਸੜਕਾਂ ਦੇ ਵਿਕਾਸ ਲਈ 10 ਸਾਲਾ ਯੋਜਨਾਵਾਂ ਬਣਾਈਆਂ ਗਈਆਂ। ਤਾਂ 10-10 ਸਾਲਾਂ ਲਈ ਜਿਹੜੀ ਹੈਗੀਆਂ ਸੜਕ ਯੋਜਨਾਵਾਂ ਵਿਕਸਿਤ ਕੀਤੀਆਂ ਗਈਆਂ। ਮਤਲਬ ਹਰੇਕ ਯੋਜਨਾ ਜਿਹੜੀ ਸੀ ਕਿਸੇ ਨਾ ਕਿਸੇ ਚੀਜ਼ ਦੇ ਲਈ ਜ਼ਰੂਰ ਉਸ ਨੂੰ ਮੱਦੇ ਨਜ਼ਰ ਰੱਖ ਕੇ ਉਦੇਸ਼ ਭਰਪੂਰ ਜਿਹੜੀ ਸੀ ਬਣਾਈ ਗਈ। ਬੈਂਕਾਂ ਦੀ ਸਥਾਪਨਾ ਕੀਤੀ ਗਈ। ਤਾਂ ਕਮਾਲ ਪਾਸ਼ਾ ਨੇ ਬੈਂਕਾਂ ਦੀ ਸਥਾਪਨਾ ਕੀਤੀ, ਕਾਫੀ ਸਾਰੇ ਬੈਂਕ ਖੋਲ੍ਹੇ, ਸੈਂਟਰਲ ਬੈਂਕ ਨੋਟ ਛਾਪਣ ਲਈ ਖੋਲ੍ਹਿਆ, ਠੀਕ ਹੈ, ਸੁਮੇਰ ਬੈਂਕ ਖੋਲ੍ਹਿਆ, ਉਦਯੋਗਿਕ ਧੰਦਿਆਂ ਦੇ ਵਿਕਾਸ ਲਈ ਇੱਟੀ ਬੈਂਕ ਖੋਲ੍ਹਿਆ, ਖਣਿਜ ਖੇਤਰ ਦੇ ਵਿਕਾਸ ਲਈ। ਸੋ ਬਹੁਤ ਸਾਰੇ ਬੈਂਕਾਂ ਦੀ ਸਥਾਪਨਾ ਕੀਤੀ ਗਈ। ਕਿਰਤ ਕਾਨੂੰਨ, ਲੇਬਰ ਲਾਜ਼ ਬਣਾਏ, ਤਾਂ ਕਿ ਕਿਸਾਨ, ਮਜ਼ਦੂਰ ਅਤੇ ਵਪਾਰੀ ਮਿਲ ਕੇ ਕੰਮ ਕਰਨ। ਉਹ ਨਹੀਂ ਸੀ ਚਾਹੁੰਦਾ ਕਿ ਨਾ ਤਾਂ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਦੇ ਵਿੱਚ ਆਪਸੀ ਸੰਘਰਸ਼ ਹੋਵੇ, ਤਾਂ ਕਰਕੇ ਉਸਨੇ ਨਵੇਂ ਲੇਬਰ ਲਾਜ਼ ਵੀ ਬਣਾਏ 1936 ਦੇ ਵਿੱਚ, ਅਤੇ ਉਹ ਮਜ਼ਦੂਰਾਂ ਦੀ ਹਾਲਤ ਸੁਧਾਰਨਾ ਚਾਹੁੰਦਾ ਸੀ, ਇਸ ਲਈ ਉਸਨੇ ਇੱਕ ਕੇਂਦਰੀ ਦਫ਼ਤਰ ਵੀ ਖੋਲ੍ਹਿਆ ਮਜ਼ਦੂਰਾਂ ਦੇ ਲਈ। ਚੈਂਬਰ ਆਫ ਕਾਮਰਸ, ਵਿਦੇਸ਼ੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਤੁਰਕੀ ਦੇ ਵਿੱਚ ਇੱਕ ਚੈਂਬਰ ਆਫ ਕਾਮਰਸ ਦੀ ਸਥਾਪਨਾ ਕੀਤੀ ਗਈ। ਬਹੁਤ ਸਾਰੇ ਵਿਦੇਸ਼ਾਂ ਦੇ ਨਾਲ ਵਪਾਰਕ ਸਮਝੌਤੇ ਕੀਤੇ ਗਏ, ਤਾਂ ਕਿ ਜਿਹੜਾ ਹੈ ਵਪਾਰ ਵਧੀਆ ਤਰੀਕੇ ਨਾਲ ਚੱਲੇ, ਇਕਨੋਮੀ ਡਿਵੈਲਪ ਹੋਵੇ। ਭੂਮੀ ਸੁਧਾਰ ਕੀਤੇ ਗਏ। ਤਾਂ ਕਮਾਲ ਪਾਸ਼ਾ ਨੇ ਭੂਮੀ ਦੇ ਵੱਲ, ਖੇਤੀ ਸੁਧਾਰਨ ਦੇ ਵੱਲ ਵੀ ਬੜਾ ਸਾਰਾ ਧਿਆਨ ਦਿੱਤਾ, ਅਤੇ ਆਰਥਿਕ ਦਿਸ਼ਾ ਸੁਧਾਰਨ ਲਈ ਬਹੁਤ ਸਾਰੇ ਟੈਕਸਾਂ ਦੇ ਵਿੱਚ ਉਸਨੇ ਕਮੀ ਕੀਤੀ। ਸਾਮੰਤ ਪ੍ਰਥਾ ਜਿਹੜੀ ਹੈ ਖਤਮ ਕੀਤੀ। ਤਾਂ ਜਿੰਨੇ ਵੀ ਪਿੱਛੇ ਕੁਐਸਚਨ ਆਪਾਂ ਕੀਤੇ ਹੈ, ਸਾਮੰਤ ਪ੍ਰਥਾ ਨੂੰ ਸਾਰੇ ਹੀ ਖਤਮ ਕਰਨਾ ਚਾਹੁੰਦੇ ਸੀ, ਠੀਕ ਹੈ। ਭੂਮੀ ਬੰਦੋਬਸਤ ਲਈ ਨਵੇਂ ਕਾਨੂੰਨ ਬਣਾਏ। ਸਵਿਸ ਕਾਨੂੰਨਾਂ 'ਤੇ ਆਧਾਰਿਤ ਜਿਹੜੇ ਸੀ ਕਾਨੂੰਨ ਬਣਾਏ ਗਏ, ਅਤੇ ਨਵੇਂ ਤਰੀਕਿਆਂ ਦੇ ਨਾਲ ਖੇਤੀ ਕਰਨ ਲਈ ਵੀ ਜਿਹੜੀ ਹੈ ਸਿੱਖਿਆ ਪ੍ਰਬੰਧ ਕੀਤੀ ਗਈ। ਤੇ ਵੱਡੇ ਜ਼ਮੀਂਦਾਰਾਂ ਤੋਂ ਜਿਹੜੀਆਂ ਸੀਗੀਆਂ ਜ਼ਮੀਨਾਂ ਲੈ ਕੇ ਛੋਟੇ ਕਿਸਾਨਾਂ ਦੇ ਵਿੱਚ ਵੀ ਵੰਡੀਆਂ ਗਈਆਂ। ਸਮਾਜਿਕ ਸੁਧਾਰ ਕੀਤੇ। ਤਾਂ ਸਮਾਜ ਨੂੰ ਇੱਕ ਨਵੀਂ ਦਿਸ਼ਾ ਉਸਨੇ ਦਿੱਤੀ। ਤੁਰਕੀ ਦੇ ਵਿੱਚ ਜਿੰਨੇ ਵੀ ਪ੍ਰਚਲਿਤ ਰੀਤੀ ਰਿਵਾਜ ਪੁਰਾਣੇ ਸੀਗੇ, ਉਹਨਾਂ ਦੇ ਵਿੱਚ ਚੇਂਜ ਕੀਤਾ ਗਿਆ। ਪਹਿਰਾਵੇ ਵਿੱਚ ਪਰਿਵਰਤਨ ਕੀਤਾ ਗਿਆ। ਸੈਨਿਕਾਂ ਨੂੰ ਤੁਰਕੀ ਟੋਪੀ ਛੱਡ ਕੇ ਪੱਛਮੀ ਟੋਪੀ ਜਿਹੜੀ ਹੈ ਵਰਤਣ ਦਾ ਆਦੇਸ਼ ਦਿੱਤਾ। ਆਧੁਨਿਕ ਢੰਗ ਨਾਲ ਕੱਪੜੇ ਪਾਉਣ ਦਾ ਆਦੇਸ਼ ਜਿਹੜਾ ਸੀਗਾ ਦਿੱਤਾ ਗਿਆ, ਕਿਉਂਕਿ ਪੁਰਾਣੇ ਤਰੀਕੇ ਦੇ ਕੱਪੜੇ ਜਿਹੜੇ ਸੀ ਉਹ ਵੀ ਬੰਦ ਕਰ ਦਿੱਤੇ ਗਏ। ਇਸਲਾਮੀ ਕੈਲੰਡਰ ਦੀ ਥਾਂ 'ਤੇ ਪੱਛਮੀ ਵੈਸਟਰਨ ਦੇਸ਼ਾਂ ਦਾ ਕੈਲੰਡਰ ਜਿਹੜਾ ਸੀ ਉਹ ਲਾਗੂ ਕੀਤਾ, ਅਤੇ ਤੁਰਕੀ ਦੇ ਲੋਕਾਂ ਨੂੰ ਆਪਣੇ ਨਾਂ ਨਾਲ ਜਿਹੜਾ ਹੈ ਪੱਛਮੀ ਦੇਸ਼ਾਂ ਵਾਂਗੂ ਉਪਨਾਮ, ਮਤਲਬ ਸਰਨੇਮ ਜਿਹੜਾ ਹੁੰਦਾ ਵੀ ਉਹ ਲਗਾਉਣ ਦਾ ਆਦੇਸ਼ ਦਿੱਤਾ। ਅਤੇ ਤੁਰਕਾਂ ਦਾ ਪਿਤਾ ਜਿਹੜਾ ਸੀ ਅਤਾਤੁਰਕ, ਖੁਦ ਨੂੰ ਅਤਾਤੁਰਕ ਕਿਹਾ ਕਿ ਮੈਂ ਤੁਹਾਡਾ ਪਿਤਾ ਹਾਂ, ਠੀਕ ਹੈ। ਸੋ ਇਹ ਉਪਨਾਮ ਉਸਨੇ ਧਾਰਨ ਕੀਤਾ। ਇਸਤਰੀ ਦੀ ਹਾਲਤ ਵਿੱਚ ਸੁਧਾਰ ਕੀਤੇ। ਬਹੁ ਪ੍ਰਥਾ ਜਿਹੜੀ ਸੀ ਵੀ ਬਹੁਤ, ਇੱਕ ਜਿਹੜਾ ਹੈ ਆਦਮੀ ਬਹੁਤ ਸਾਰੀਆਂ ਔਰਤਾਂ ਨਾਲ ਵਿਆਹ ਕਰ ਸਕਦਾ, ਇਸ ਚੀਜ਼ ਨੂੰ ਖਤਮ ਕਰਤਾ 1926 ਦੇ ਵਿੱਚ। ਮਰਦਾਂ ਅਤੇ ਇਸਤਰੀਆਂ ਨੂੰ ਬਰਾਬਰ ਅਧਿਕਾਰ ਦਿੱਤੇ ਗਏ। ਤਾਂ ਇੰਨੇ ਸਾਰੇ ਜਿਹੜੇ ਸੀ ਇਸਨੇ ਸੁਧਾਰ ਕੀਤੇ। ਸੱਭਿਆਚਾਰਕ ਸੁਧਾਰ ਕਿਹੜੇ ਕੀਤੇ ਨੇ? ਤਾਂ ਕਮਾਲ ਪਾਸ਼ਾ ਨੇ ਸੱਭਿਆਚਾਰਕ ਸੁਧਾਰ ਕੀਤੇ ਨੇ। ਸਿੱਖਿਆ ਦੇ ਲਈ ਬਹੁਤ ਜ਼ਿਆਦਾ ਕਦਮ ਉਠਾਏ। ਸਭ ਤੋਂ ਪਹਿਲਾਂ ਉਸਨੇ ਅਰਬੀ ਲਿਪੀ ਜਿਹੜੀ ਸੀ 1928 ਦੇ ਵਿੱਚ ਖਤਮ ਕੀਤੀ, ਕਿਉਂਕਿ ਬਹੁਤ ਔਖੀ ਸੀ। ਸੋ ਇਸਨੇ ਜਿਹੜਾ ਸੀ ਰੋਮਨ ਲਿਪੀ ਨੂੰ ਚਾਲੂ ਕੀਤਾ, ਜਦਕਿ ਬਹੁਤ ਵਿਰੋਧ ਕੀਤੇ ਗਏ ਕਿ ਰੋਮਨ ਲਿਪੀ ਨਹੀਂ ਅਪਣਾਉਣੀ, ਲੇਕਿਨ ਫਿਰ ਵੀ ਇਸਨੇ ਰੋਮਨ ਲਿਪੀ ਨੂੰ ਚਾਲੂ ਕੀਤਾ, ਅਤੇ ਆਪ ਵੀ ਜਿਹੜੀ ਸੀ ਇਸਦੀ ਅਗਵਾਈ ਕੀਤੀ। ਤੁਰਕ ਭਾਸ਼ਾ ਸਮਾਜ ਦੀ ਸਥਾਪਨਾ ਕੀਤੀ, ਅਤੇ ਪੱਛਮੀ ਸਰਨੇਮ ਜਿਹੜੇ ਸੀ ਉਹਨਾਂ ਨੇ ਕਿਹਾ ਕਿ ਸਰਨੇਮ ਯੂਜ਼ ਕਰੋ ਜਿੱਦਾਂ ਪੱਛਮ ਦੇ ਲੋਕ ਯੂਜ਼ ਕਰਦੇ ਨੇ। ਅਤੇ ਉਸਨੇ ਕੁਤਨਤੁਨੀਆ ਦਾ ਨਾਂ ਇਸਤਨਬੁਲ ਰੱਖਤਾ, ਅੰਗੋਰਾ ਦਾ ਨਾਮ ਅੰਕਰਾ ਰੱਖਤਾ, ਅਤੇ ਸਮਰਨਾ ਦਾ ਨਾਮ ਇਜ਼ਮਿਰ ਰੱਖ ਦਿੱਤਾ। ਤਾਂ ਛੇਤੀ ਹੀ ਪੁਰਾਣੇ ਨਾਵਾਂ ਦੀ ਜਗ੍ਹਾ 'ਤੇ ਨਵੇਂ ਨਾਮ ਜਿਹੜੇ ਨੇ ਉਹ ਲਗਾਏ ਗਏ। ਤਾਂ ਐਜੂਕੇਸ਼ਨ ਜਿਹੜੀ ਸੀ ਉਸਨੇ ਮੁਫਤ ਅਤੇ ਲਾਜ਼ਮੀ ਕਰਤੀ। ਬਹੁਤ ਸਾਰੇ ਕਾਲਜ, ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਗਈ। ਮੈਡੀਕਲ ਸਕੂਲ ਖੋਲ੍ਹੇ ਗਏ। ਦਵਾਈ ਵਿਗਿਆਨ, ਰਾਜਨੀਤਿਕ ਵਿਗਿਆਨ, ਸਮਾਜ ਵਿਗਿਆਨ ਦੀ ਸਟੱਡੀ ਲਈ ਸਕੂਲ ਖੋਲ੍ਹੇ ਗਏ। ਕਸਰਤ
ਖੇਤੀ, ਉਦਯੋਗ, ਲਲਿਤ ਕਿਲਾ ਜਿਹੜੇ ਸੀਗੇ ਸਬਜੈਕਟਸ ਦਾ ਵੀ ਸਿਲੇਬਸ ਜਿਹੜਾ ਸੀ ਕਰਿਕੂਲਮ ਵਿੱਚ ਇਨਕਲੂਡ ਕੀਤਾ ਗਿਆ, ਅਖਬਾਰਾਂ ਦਾ ਵਿਕਾਸ ਕੀਤਾ, ਬੁੱਕਸ ਜਿਹੜੀਆਂ ਨੇ ਛਪਣੀਆਂ ਸਟਾਰਟ ਹੋਈਆਂ, ਤਾਂ ਬਹੁਤ ਕੰਮ ਉਹਨੇ ਕੀਤੇ। ਤਾਂ ਕਮਾਲ ਪਾਸ਼ਾ ਨੇ ਇੰਨੇ ਸਾਰੇ ਸੁਧਾਰ ਕੀਤੇ ਨੇ, ਤਾਂ ਵਿਰੋਧ ਵੀ ਉਸਦਾ ਕੀਤਾ ਗਿਆ ਕਿਉਂਕਿ ਲੋਕ ਜਿਹੜੇ ਸੀ ਬਹੁਤ ਟ੍ਰੈਡੀਸ਼ਨਲ ਵੀ ਸੀ, ਲੋਕ ਆਪਣੀ ਤੁਰਕੀ ਭਾਸ਼ਾ ਨਹੀਂ ਸੀ, ਅਰਬੀ ਭਾਸ਼ਾ ਨਹੀਂ ਸੀ ਛੱਡਣਾ ਚਾਹੁੰਦੇ। ਸੋ ਇਸ ਤਰ੍ਹਾਂ ਜਿਹੜਾ ਹੈਗਾ ਲੋਕਾਂ ਨੇ ਉਸਦਾ ਵਿਰੋਧ ਵੀ ਕੀਤਾ। ਕਿੱਦਾਂ ਵਿਰੋਧ ਕੀਤਾ? ਕਮਾਲ ਪਾਸ਼ਾ ਨੇ ਤੁਰਕੀ ਦੇ ਵਿੱਚ ਜੋ ਵੀ ਸੁਧਾਰ ਕੀਤੇ ਉਸਨੇ ਉਹ ਰਾਸ਼ਟਰੀ ਸਭਾ ਦੇ ਵਿੱਚੋਂ ਵੱਲੋਂ ਲਾਗੂ ਕਰਵਾਏ। ਰਾਸ਼ਟਰੀ ਸਭਾ ਵਿੱਚ ਉਸਦੇ ਸਮਰਥਕਾਂ ਦਾ ਬਹੁਮਤ ਸੀ ਅਤੇ ਉਸਦੀ ਗਿਣਤੀਆਂ ਦੀ ਜਿਹੜੀ ਸੀਗੀ ਵਿਰੋਧੀਆਂ ਦੀ ਗਿਣਤੀ ਨਹੀਂ ਦੇ ਬਰਾਬਰ ਸੀ। ਤਾਂ ਕਮਾਲ ਪਾਸ਼ਾ ਸੈਨਾ ਦਾ ਪ੍ਰਧਾਨ ਸੀ, ਤਾਨਾਸ਼ਾਹ ਸੀ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸਨੇ ਬਹੁਤ ਹੀ ਜ਼ਿਆਦਾ ਲੋਕਤੰਤਰ ਲਈ ਕੰਮ ਕੀਤਾ ਤੁਰਕੀ ਦੇ ਵਿੱਚ, ਪਰ ਆਪਣੇ ਵਿਰੋਧੀਆਂ ਨੂੰ ਵੀ ਉਸਨੇ ਕੁਚਲਿਆ। ਤਾਂ ਕਿਉਂਕਿ ਵਿਰੋਧੀਆਂ ਦੇ ਵਿੱਚ ਬਹੁਤ ਜ਼ਿਆਦਾ ਧਾਰਮਿਕ ਨੇਤਾ ਸੀ, ਕੱਟੜਪੰਥੀ ਲੋਕ ਸੀ, ਟ੍ਰੈਡੀਸ਼ਨਲ ਲੋਕ ਸੀ, ਬਹੁਤ ਜ਼ਿਆਦਾ ਸਟੀਰੀਓਟਾਈਪ ਲੋਕ ਸੀ, ਪਰ ਫਿਰ ਵੀ ਜਿਹੜੇ ਸੀ ਲੋਕ ਉਸਦੇ ਵਿਰੋਧੀ ਸੀ ਕਿਉਂਕਿ ਉਸਦੀ ਨਿੱਜੀ ਐਨਿਮਿਟੀ ਵੀ ਸੀ। ਤਾਂ ਧਾਰਮਿਕ ਮੌਲਾਨੇ ਜਿਹੜੇ ਹੁੰਦੇ ਨੇ, ਜਿਹੜੇ ਬਹੁਤ ਹੀ ਜ਼ਿਆਦਾ ਟ੍ਰੈਡੀਸ਼ਨਲ ਹੁੰਦੇ ਨੇ, ਉਹਨਾਂ ਨੇ ਉਸ ਦਾ ਵਿਰੋਧ ਕੀਤਾ ਅਤੇ ਕਮਾਲ ਪਾਸ਼ਾ ਦੀ ਧਾਰਮਿਕ ਨਿਰਪੱਖਤਾ ਦੀ ਨੀਤੀ ਦੇ ਉਹ ਸਖਤ ਖਿਲਾਫ ਸੀਗੇ ਕਿਉਂਕਿ ਇਹ ਚਾਹੁੰਦਾ ਸੀ ਕਿ ਕੋਈ ਵੀ ਧਰਮ ਰਾਜ ਦਾ ਧਰਮ ਨਹੀਂ ਹੋਏਗਾ, ਸਾਰੇ ਧਰਮਾਂ ਦਾ ਆਦਰ ਕੀਤਾ ਜਾਏਗਾ। ਤਾਂ ਜਿਹੜੇ ਧਾਰਮਿਕ ਕੱਟੜਪੰਥੀ ਸੀ ਉਹ ਇਸ ਨੀਤੀ ਤੋਂ ਬਹੁਤ ਜ਼ਿਆਦਾ ਵਿਰੋਧੀ ਸੀ, ਉਹ ਚਾਹੁੰਦੇ ਸੀ ਕਿ ਉਹਨਾਂ ਦਾ ਹੀ ਧਰਮ ਜਿਹੜਾ ਹੈ ਰਾਜ ਦਾ ਧਰਮ ਬਣੇ। ਠੀਕ ਹੈ, ਸੋ ਇਸ ਕਰਕੇ ਜਿਹੜਾ ਸੀ ਕਮਾਲ ਪਾਸ਼ਾ ਨੇ ਵਿਰੋਧੀ ਦਲਾਂ ਨੂੰ, ਰਾਜਨੀਤਿਕ ਦਲਾਂ ਨੂੰ ਕੁਚਲ ਦਿੱਤਾ। 40 ਲੀਡਰਾਂ ਨੂੰ ਤਾਂ ਉਸਨੇ ਫਾਂਸੀ ਦੇ ਦਿੱਤੀ। ਤਾਂ ਮਤਲਬ ਦੇਖੋ ਇੰਨਾ ਸਾਰਾ ਕੰਮ ਜਿਹੜਾ ਸੀ ਉਸਨੇ ਕੀਤਾ, ਸੁਧਾਰ ਦੇ ਵੀ ਕੰਮ ਕਰ ਰਿਹਾ, ਨਾਲ ਹੀ ਆਪਣੇ ਵਿਰੋਧੀਆਂ ਨੂੰ ਵੀ ਦਬਾਉਂਦਾ ਰਿਹਾ। ਇਸ ਸਮੇਂ ਕਮਾਲ ਪਾਸ਼ਾ ਦੀ ਹੱਤਿਆ ਦੀ ਸਾਜ਼ਿਸ਼ ਦਾ ਵੀ ਪਤਾ ਲੱਗਿਆ, ਤਾਂ ਲੀਡਰਾਂ ਨੂੰ ਫਾਂਸੀ ਦੇ ਦਿੱਤੀ ਗਈ ਤੇ ਕਮਾਲ ਪਾਸ਼ਾ ਦੇ ਵਿਰੋਧੀ ਬਹੁਤ ਡਰ ਗਏ ਵੀ ਇਹ ਤਾਂ ਕਿਸੇ ਨੂੰ ਵੀ ਅਗਰ ਕੋਈ ਐਸੀ ਸਾਜ਼ਿਸ਼ ਦਾ ਪਤਾ ਲੱਗਦਾ ਤਾਂ ਇਹ ਮਾਰ ਦਿੰਦਾ। ਤਾਂ ਲੋਕ ਜਿਹੜੇ ਨੇ ਉਸ ਤੋਂ ਡਰਨ ਲੱਗੇ ਅਤੇ 1926 ਦੇ ਵਿੱਚ ਕਮਾਲ ਪਾਸ਼ਾ ਦੇ ਵਿਰੋਧੀਆਂ ਦੀ ਗਿਣਤੀ ਨਾ ਦੇ ਬਰਾਬਰ ਹੈਗੀ। ਫਿਰ ਥੋੜ੍ਹੇ ਬਹੁਤੇ ਜਿੰਨੇ ਵੀ ਵਿਦਰੋਹ ਹੁੰਦੇ ਸੀਗੇ ਇਹ ਆਰਾਮ ਦੇ ਨਾਲ ਜਿਹੜਾ ਸੀ ਦੱਬ ਦਿੰਦਾ ਸੀ। ਤਾਂ ਮੁਲਾਂਕਣ ਅਗਰ ਆਪਾਂ ਕਰਾਂਗੇ ਤਾਂ ਇਸੇ ਦੇ ਸੁਧਾਰਾਂ ਦੇ ਕਰਕੇ ਇੱਕ ਨਵੇਂ ਤੁਰਕੀ ਸਾਮਰਾਜ ਦਾ ਜਿਹੜਾ ਸੀ ਜਨਮ ਹੋਇਆ। ਅਰਥ ਵਿਵਸਥਾ ਜਿਹੜੀ ਟੁੱਟ ਚੁੱਕੀ ਸੀ ਉਸਨੂੰ ਇਸਨੇ ਫਿਰ ਜੋੜਿਆ ਅਤੇ ਇੱਕ ਪ੍ਰਗਤੀਸ਼ੀਲ ਦੇਸ਼ ਬਣਾਇਆ ਤੁਰਕੀ ਨੂੰ। ਅਤੇ ਹੁਣ ਜਿਹੜਾ ਹੈ ਲੋਕ ਇੱਕ ਰਾਜੀ ਸੰਵਿਧਾਨ ਸੀ। ਉਦਯੋਗਾਂ ਦਾ ਵਿਕਾਸ ਹੋਣ ਕਰਕੇ ਤੁਰਕੀ ਨੇ ਆਰਥਿਕ ਵਿਕਾਸ ਦੇ ਵਿੱਚ ਉੱਨਤੀ ਕੀਤੀ, ਲੋਕਾਂ ਦਾ ਆਰਥਿਕ ਜੀਵਨ ਅੱਛਾ ਹੋਇਆ ਤੇ ਸਮਾਜਿਕ ਖੇਤਰ ਦੇ ਵਿੱਚ ਲੜਕੀਆਂ ਵੀ ਅੱਗੇ ਆਈਆਂ। ਧਾਰਮਿਕ ਵਿਵਸਥਾ ਦਾ ਇਹਨੇ ਅੰਤ ਕਰ ਦਿੱਤਾ ਅਤੇ ਜਿਹੜੀ ਬਹੁਪਤਨੀ ਵਿਆਹ ਸੀ ਉਹ ਵੀ ਇਸਨੇ ਖਤਮ ਕਰਤਾ, ਬਹੁ ਵਿਆਹ ਜਿਹੜਾ ਚੱਲ ਰਿਹਾ ਸੀ, ਅਤੇ ਨਾਲ ਹੀ ਸਿੱਖਿਆ ਦੇ ਵਿੱਚ ਸੁਧਾਰ ਕੀਤਾ, ਇਤਿਹਾਸ ਦੇ ਵਿੱਚ ਸੋਧਾਂ ਕੀਤੀਆਂ ਉਸਨੇ। ਨਵਾਂ ਅਤੀਤ ਜਿਹੜਾ ਸੀਗਾ, ਨਵੇਂ ਅਤੀਤ ਦੀ ਪ੍ਰਾਪਤੀ ਹੋਈ, ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਿਹੜੀ ਸੀ ਜਾਗੀ ਅਤੇ ਤੁਰਕੀ ਦਾ ਨਕਸ਼ਾ ਹੀ ਬਦਲ ਗਿਆ। ਬਹੁਤ ਸਾਰੇ ਉਸਨੇ ਸੁਧਾਰ ਕੀਤੇ, ਪਰ ਥੋੜ੍ਹੀਆਂ ਬਹੁਤੀਆਂ ਕਮੀਆਂ ਜਿਹੜੀਆਂ ਸੀਗੀਆਂ ਉਹ ਪਹਿਲਾਂ ਵੀ ਸੀ ਅਤੇ ਹੁਣ ਵੀ ਤੁਰਕੀ ਦੇ ਅੰਦਰ ਹੈ। ਤਾਂ ਤੁਰਕੀ ਦੇ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਗਏ, ਬਹੁਤ ਹੀ ਕੁਝ ਕੀਤਾ ਗਿਆ ਅਤੇ ਲੇਕਿਨ ਫਿਰ ਵੀ ਜਿਹੜੇ ਸੀਗੇ ਇਹ ਕਿਉਂਕਿ ਇਹ ਤਾਨਾਸ਼ਾਹ ਬਣ ਚੁੱਕਿਆ ਸੀ, ਸੋ ਤਾਂ ਕਰਕੇ ਲੋਕ ਇਸ ਤੋਂ ਜਿਹੜਾ ਸੀ ਨਫ਼ਰਤ ਵੀ ਕਰਨ ਲੱਗੇ। ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ, ਤੁਰਕੀ ਇੱਕ ਪਾਰਟੀ ਸਰਕਾਰ ਸੀ ਜਿਸ ਦੇ ਕਰਕੇ ਪੂਰੀ ਤਰ੍ਹਾਂ ਲੋਕਤੰਤਰ ਦਾ ਵਿਕਾਸ ਨਾ ਹੋ ਸਕਿਆ। ਠੀਕ ਹੈ, ਲੋਕਾਂ ਵਿੱਚ ਅਸੰਤੋਸ਼ ਬਣਿਆ ਰਿਹਾ। ਉਸਨੇ ਬਹੁਤ ਸਾਰੇ ਧਾਰਮਿਕ ਸੁਧਾਰ ਕੀਤੇ, ਬਹੁਤ ਸਾਰੇ ਸੁਧਾਰ ਕੀਤੇ, ਪਰ ਉਹ ਫਿਰ ਵੀ ਲੋਕਪ੍ਰਿਯ ਨਾ ਹੋ ਸਕਿਆ। ਠੀਕ ਹੈ, ਸੋ ਇਹ ਸੀ ਅੱਜ ਦਾ ਵੀਡੀਓ। ਮਿਲਦੇ ਹਾਂ ਨਵੇਂ ਵੀਡੀਓ ਦੇ ਨਾਲ। ਧੰਨਵਾਦ।